नमस्कार आकाशवाणी का यह जलंधर केंद्र है। हुण तुसीं चंचल शर्मा तो प्रतिशत खबरां सुनो। पहला इस बुलेटिन दीआं खास खबरां। केंद्र सरकार ने हाड़ी दे सीजन 2023-24 लई इस साल 1 अक्तूबर तो अगले साल 31 मार्च तक लागू होने वालियां फास्फेटिक ਅਤੇ पोटाशिक खादां ते पौष्टिक आधारित सबसिडी दरां नूं मंजूरी दे दित्ती है। ਭਾਰਤੀ ਸਟੇਟ ਬੈਂਕ ਦੀ ਇੱਕ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਮਾਈਕਰੋ ਕ੍ਰੈਡਿਟ ਪੀਐਮ ਸਵੈਨਿਧੀ ਯੋਜਨਾ ਦੀ ਸ਼ਲਾਘਾ ਕੀਤੀ ਗਈ ਹੈ। ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇੱਕ ਵਫਦ ਨੇ ਪ੍ਰੋਫੈਸਰ ਬਲਵਿੰਦਰ ਕੌਰ ਖੁਦਕੁਸ਼ੀ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ ਦਿਵਾਉਣ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵਿੱਚ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਐਨਵਾਇਰਨਮੈਂਟਲ ਜੀਓ ਟੈਕਨੋਲੋਜੀ ਰੀਸਾਈਕਲਡ ਵੇਸਟ ਮਟੀਰੀਅਲਸ ਐਂਡ ਸਸਟੇਨੇਬਲ ਇੰਜੀਨੀਅਰਿੰਗ ਬਾਰੇ 3 ਦਿਨ ਦੀ ਕੌਮਾਂਤਰੀ ਕਾਨਫਰੰਸ NIT ਜਲੰਧਰ ਵਿਖੇ ਅੱਜ ਸ਼ੁਰੂ ਹੋਈ ਤੇ ਹੁਣ ਖਬਰਾਂ ਵਿਸਥਾਰ ਨਾਲ। ਸਰਕਾਰ ਨੇ ਹਾੜੀ ਦੇ ਸੀਜ਼ਨ 2023-24 ਲਈ ਇਸ ਸਾਲ 1 ਅਕਤੂਬਰ ਤੋਂ ਅਗਲੇ ਸਾਲ 31 ਮਾਰਚ ਤੱਕ ਲਾਗੂ ਹੋਣ ਵਾਲੀਆਂ ਫਾਸਫੇਟਿਕ ਅਤੇ ਪੋਟਾਸ਼ਿਕ ਖਾਦਾਂ ਉੱਤੇ ਪੌਸ਼ਟਿਕ ਆਧਾਰਿਤ ਸਬਸਿਡੀ NBS ਦਰਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਨਵੀਂ ਦਿੱਲੀ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਕੈਬਨਿਟ ਦੀ ਮੀਟਿੰਗ ਵਿੱਚ ਇਸ ਸੰਬੰਧੀ ਫੈਸਲਾ ਲਿਆ ਗਿਆ। ਮੀਟਿੰਗ ਦੇ ਫੈਸਲਿਆਂ ਬਾਰੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਪੌਸ਼ਟਿਕ ਤੱਤ ਆਧਾਰਿਤ ਸਬਸਿਡੀ ਨਾਈਟ੍ਰੋਜਨ ਲਈ ₹47.02 ਪ੍ਰਤੀ ਕਿਲੋ, ਫਾਸਫੋਰਸ ਲਈ ₹20.82 ਪ੍ਰਤੀ ਕਿਲੋ ਅਤੇ ਪੋਟਾਸ਼ ਲਈ ₹2.38 ਪ੍ਰਤੀ ਕਿਲੋ ਹੋਵੇਗੀ। ਉਨ੍ਹਾਂ ਕਿਹਾ ਕਿ ਪੌਸ਼ਟਿਕ ਤੱਤਾਂ ਤੇ ਆਧਾਰਿਤ ਸਬਸਿਡੀ ਤੇ 22,303 ਕਰੋੜ ਰੁਪਏ ਖਰਚ ਹੋਣ ਦੀ ਆਸ ਹੈ। किसानों को DAP जो है 1350 रुपए प्रति बैग ये पुराने रेट पर ही उपलब्ध करवाया जाएगा। इसी प्रकार NPK 1470 रुपए प्रति बैग और SSP 500 रुपए प्रति बैग के पुराने रेट पर ही उपलब्ध करवाए जाएंगे। नाइट्रोजन के लिए 47.2 रुपए प्रति किलो, फास्फोरस के लिए 20.82 रुपए प्रति किलो और पोटाश के लिए 2.38 रुपए प्रति किलो और सल्फर के लिए 1.89 रुपीस प्रति किलो सब्सिडी प्रदान की जाएगी और इसके लिए NBS पर कुल 22,303 करोड़ रुपए का व्यय अनुमानित है। ਇਸ ਕਦਮ ਦੇ ਨਤੀਜੇ ਵਜੋਂ ਕਿਸਾਨਾਂ ਨੂੰ ਖਾਦਾਂ ਦੀ ਉਪਲਬਧਤਾ ਸਬਸਿਡੀ ਕਿਫਾਇਤੀ ਅਤੇ ਵਾਜਬ ਦਰਾਂ ਤੇ ਹੋਵੇਗੀ। ਭਾਰਤੀ ਸਟੇਟ ਬੈਂਕ ਦੀ ਇੱਕ ਰਿਪੋਰਟ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੀ ਮਾਈਕਰੋ ਕ੍ਰੈਡਿਟ PM ਸਵੈਨਿਧੀ ਯੋਜਨਾ ਦੀ ਸ਼ਲਾਘਾ ਕੀਤੀ ਗਈ ਹੈ। ਇਹ ਯੋਜਨਾ ਸੜਕ ਵਿਕਰੇਤਾਵਾਂ ਲਈ ਸੰਮਿਲਿਤ ਉਦਮਤਾ ਯਕੀਨੀ ਬਣਾਉਣ ਲਈ ਸ਼ੁਰੂ ਕੀਤੀ ਗਈ ਹੈ। ਇੱਕ ਰਿਪੋਰਟ ਮੁਤਾਬਕ ਕੋਈ 75% ਲਾਭਪਾਤਰੀ ਰਾਖਵੇਂ ਵਰਗ ਦੇ ਨੇ, ਜਿਨ੍ਹਾਂ ਵਿੱਚੋਂ 44% ਹੋਰ ਪਛੜੀਆਂ ਸ਼੍ਰੇਣੀਆਂ ਦੇ ਨੇ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਔਰਤਾਂ ਦੀ ਹਿੱਸੇਦਾਰੀ ਦਰਸਾਉਂਦੀ ਹੈ ਕਿ ਸ਼ਹਿਰੀ ਔਰਤਾਂ ਦੀ ਉੱਦਮੀ ਸਮਰੱਥਾ ਮਜ਼ਬੂਤ ਕਰਨ ਲਈ ਸਵੈ ਫੰਡ ਮੁਹੱਈਆ ਕਰਵਾਉਣਾ ਲਿੰਗ ਸਮਾਨਤਾ ਦਾ ਪ੍ਰਤੀਬਿੰਬ ਹੈ। ਸੋਸ਼ਲ ਮੀਡੀਆ ਤੇ ਰਿਪੋਰਟ ਨੂੰ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤੀ ਸਟੇਟ ਬੈਂਕ ਦੀ ਸੌਮਿਆ ਕਾਂਤੀ ਕੋਸ਼ ਵੱਲੋਂ ਡੂੰਘੀ ਖੋਜ PM ਸਵੈਨਿਧੀ ਦੇ ਪਰਿਵਰਤਨਸ਼ੀਲ ਪ੍ਰਭਾਵ ਦੀ ਸਪਸ਼ਟ ਝਲਕ ਦਿੰਦੀ ਹੈ। ਬੀਜੇਪੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਇੱਕ ਵਫਦ ਨੇ ਪ੍ਰੋਫੈਸਰ ਬਲਵਿੰਦਰ ਕੌਰ ਦੇ ਖੁਦਕੁਸ਼ੀ ਮਾਮਲੇ ਵਿੱਚ ਪਰਿਵਾਰ ਨੂੰ ਇਨਸਾਫ ਦਿਵਾਉਣ ਅਤੇ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਿਲਾਫ ਮਾਮਲਾ ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਅੱਜ ਚੰਡੀਗੜ੍ਹ ਵਿੱਚ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਮੌਕੇ ਸੁਨੀਲ ਜਾਖੜ ਨੇ ਕਿਹਾ ਕਿ ਇਸ ਮੌਤ ਲਈ ਸਿਰਫ ਸਿੱਖਿਆ ਮੰਤਰੀ ਹੀ ਨਹੀਂ ਸਗੋਂ ਸਮੁੱਚੀ ਸਰਕਾਰ ਹੀ ਜ਼ਿੰਮੇਵਾਰ ਹੈ। ਉਨ੍ਹਾਂ ਕਿਹਾ ਕਿ ਰਾਜਪਾਲ ਨੇ ਉਨ੍ਹਾਂ ਦੀ ਸਾਰੀ ਗੱਲ ਨੂੰ ਧਿਆਨ ਨਾਲ ਸੁਣਿਆ ਤੇ ਇਨਸਾਫ ਦਾ ਭਰੋਸਾ ਦਿਵਾਇਆ। ਸੁਨੀਲ ਜਾਖੜ ਨੇ ਦੋਸ਼ ਲਾਇਆ ਕਿ ਸੂਬਾ ਸਰਕਾਰ ਆਪਣੇ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਬਚਾਉਣਾ ਚਾਹੁੰਦੀ ਹੈ, ਪਰ ਭਾਰਤੀ ਜਨਤਾ ਪਾਰਟੀ ਮ੍ਰਿਤਕ ਪ੍ਰੋਫੈਸਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਲਗਾਤਾਰ ਸੰਘਰਸ਼ ਕਰੇਗੀ। ਪੰਜਾਬ 'ਚ ਕੱਲ੍ਹ ਦੁਸ਼ਹਿਰੇ ਵਾਲੇ ਦਿਨ ਇੱਕ ਦਿਨ ਵਿੱਚ ਪਰਾਲੀ ਸਾੜਨ ਦੇ ਸਭ ਤੋਂ ਵੱਧ 360 ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ ਬੀਤੇ 20 ਅਕਤੂਬਰ ਨੂੰ ਇੱਕ ਦਿਨ ਵਿੱਚ ਸਭ ਤੋਂ ਵੱਧ 174 ਥਾਵਾਂ ਤੇ ਪਰਾਲੀ ਨੂੰ ਅੱਗ ਲਗਾਈ ਗਈ ਸੀ। ਪਟਿਆਲਾ ਜ਼ਿਲ੍ਹਾ 63 ਮਾਮਲਿਆਂ ਨਾਲ ਮੂਹਰੀ ਰਿਹਾ, ਜਦਕਿ ਲੁਧਿਆਣਾ 42, ਫਤਿਹਗੜ੍ਹ ਸਾਹਿਬ 44 ਅਤੇ ਫਿਰੋਜ਼ਪੁਰ ਵਿੱਚ ਪਰਾਲੀ ਸਾੜਨ ਦੇ 37 ਮਾਮਲੇ ਸਾਹਮਣੇ ਆਏ। ਪਰਾਲੀ ਸਾੜਨ ਇਸ ਨਾਲ ਵੱਖ-ਵੱਖ ਸ਼ਹਿਰਾਂ ਦਾ ਹਵਾ ਗੁਣਵੱਤਾ ਸੂਚਕਾਂਕ ਵੀ ਖਰਾਬ ਹੋ ਰਿਹਾ ਹੈ। ਪ੍ਰਾਦੇਸ਼ਿਕ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ।
ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਰਾਸ਼ਟਰੀ ਸਵੈਮ ਸੇਵਕ ਸੰਘ ਵੱਲੋਂ ਕੱਲ ਵਿਜੇ ਦਸ਼ਮੀ ਤਿਉਹਾਰ ਅਤੇ ਸੰਘ ਦੇ ਸਥਾਪਨਾ ਦਿਵਸ ਦੇ ਮੌਕੇ ਤੇ ਕਈ ਸਮਾਗਮ ਕਰਵਾਏ ਗਏ ਅਤੇ ਸੰਘ ਵਰਕਰਾਂ ਵੱਲੋਂ ਸ਼ਸਤਰ ਪੂਜਾ ਤੇ ਵਰਦੀਧਾਰੀ ਵਲੰਟੀਅਰਸ ਵੱਲੋਂ ਪੰਥ ਸੰਚਲਨ ਵੀ ਕੀਤੇ ਗਏ, ਜਿਸ ਵਿੱਚ ਵਲੰਟੀਅਰਸ ਨੇ ਬੈਂਡ ਦੀ ਧੁਨ ਤੇ ਚੱਲਦਿਆਂ ਬਾਜ਼ਾਰਾਂ ਤੇ ਮੁਹੱਲਿਆਂ 'ਚ ਮਾਰਚ ਕੀਤਾ। ਵੱਖ-ਵੱਖ ਥਾਵਾਂ ਤੇ ਲੋਕਾਂ ਨੇ ਫੁੱਲਾਂ ਦੀ ਵਰਖਾ ਕਰਕੇ ਇਹਨਾਂ ਵਲੰਟੀਅਰਸ ਦਾ ਸਵਾਗਤ ਕੀਤਾ। ਇਸੇ ਲੜੀ ਵਿੱਚ ਜਲੰਧਰ ਸ਼ਹਿਰ 'ਚ ਵੀ ਕਰੀਬ 20 ਥਾਵਾਂ ਤੇ ਸਮਾਗਮ ਹੋਏ ਅਤੇ ਇਹਨਾਂ ਵਿੱਚ ਵੱਡੀ ਗਿਣਤੀ 'ਚ ਸੰਘ ਦੇ ਵਲੰਟੀਅਰਾਂ ਨੇ ਹਿੱਸਾ ਲਿਆ। ਬਸਤੀ ਗੁੱਜਾ ਮੰਦਿਰ ਵਿਖੇ ਵਲੰਟੀਅਰਸ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਚਾਰਕ ਨਰਿੰਦਰ ਨੇ ਕਿਹਾ ਕਿ ਜਿੱਥੇ ਪਹਿਲਾਂ ਸੰਘ ਦਾ ਵਿਰੋਧ ਹੁੰਦਾ ਸੀ, ਅੱਜ ਸੰਘ ਨੂੰ ਸਮਾਜ ਵਿੱਚ ਸਵੀਕਾਰ ਕੀਤਾ ਜਾਂਦਾ ਏ। ਸੁਦਾਮਾ ਵਿਹਾਰ ਖਾਂਬੜਾ ਰੋਡ ਦੇ ਸੂਬਾਈ ਪ੍ਰਚਾਰ ਮੁਖੀ ਸ਼ਸ਼ਾਂਕ ਨੇ ਦੱਸਿਆ ਕਿ ਅੱਜ ਸੰਘ ਦੇ ਵਲੰਟੀਅਰਸ ਸਮਾਜ ਦੇ ਵੱਖ-ਵੱਖ ਪਹਿਲੂਆਂ 'ਚ ਅਹਿਮ ਭੂਮਿਕਾ ਨਿਭਾ ਰਹੇ ਨੇ, ਜਿਨ੍ਹਾਂ ਵਿੱਚ ਵਾਤਾਵਰਣ, ਪਰਿਵਾਰ ਗਿਆਨ, ਸਮਾਜਿਕ ਸਦਭਾਵਨਾ ਤੇ ਗਊ ਸੇਵਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸਮਾਜ ਸੇਵਾ ਦੇ ਇਨ੍ਹਾਂ ਕਾਰਜਾਂ ਵਿੱਚ ਨਾਗਰਿਕਾਂ ਨੂੰ ਵੀ ਵੱਧ ਤੋਂ ਵੱਧ ਸ਼ਾਮਲ ਕਰਕੇ ਕੰਮ ਵਧਾਉਣ ਦੀ ਬਹੁਤ ਜ਼ਰੂਰਤ ਹੈ। ਐਨਵਾਇਰਨਮੈਂਟਲ ਜੀਓ ਟੈਕਨੋਲੋਜੀ, ਰੀਸਾਈਕਲਡ ਵੇਸਟ ਮਟੀਰੀਅਲਸ ਐਂਡ ਸਸਟੇਨੇਬਲ ਇੰਜੀਨੀਅਰਿੰਗ ਬਾਰੇ 3 ਦਿਨ ਦੀ ਕੌਮਾਂਤਰੀ ਕਾਨਫਰੰਸ ਅੱਜ ਜਲੰਧਰ ਦੇ ਡਾਕਟਰ BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਵਿਖੇ ਸ਼ੁਰੂ ਹੋਈ। ਇਸ ਵਿੱਚ ਅਮਰੀਕਾ, ਬੈਲਜੀਅਮ, ਤੁਰਕੀ, ਜਾਪਾਨ, ਪੋਲੈਂਡ ਅਤੇ ਫਰਾਂਸ ਸਮੇਤ 15 ਦੇਸ਼ਾਂ ਤੋਂ ਮਾਹਰਾਂ ਦੇ ਇਲਾਵਾ IIT ਰੁੜਕੀ, ਧਨਬਾਦ, ਬੰਗਲੌਰ ਤੋਂ ਵੀ ਵਿਸ਼ਾ ਮਾਹਰ ਹਿੱਸਾ ਲੈ ਰਹੇ ਨੇ। ਇੱਕ ਰਿਪੋਰਟ। ਡਾਕਟਰ BR ਅੰਬੇਡਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨੋਲੋਜੀ ਦੇ ਪ੍ਰੋਫੈਸਰ ਡਾਕਟਰ ਅਰਵਿੰਦ ਅਗਨੀਹੋਤਰੀ ਨੇ ਕਾਨਫਰੰਸ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ। So actually aim is environmental geotechnology, recycled waste materials and sustainable engineering. That these topics will be covered in this conference. Mainly problem is of contamination and environment pollution, which is now these days should be taken care of. तो उसी के लिए कॉन्फ्रेंस मेनली करी गई है ताकि हम उसको पोल्यूशन को वर्ल्ड ओवर और पर्टिकुलरली फॉर इन आवर रीजन इन द कंट्री हम कैसे क्या मेजर्स ले सकते हैं ताकि जो पोल्यूशन है उसको कम कर सकें और बिल्डिंग्स जो है वो सेफ भी हों, सस्टेनेबल भी हों। ਇੰਸਟੀਚਿਊਟ ਦੇ ਡਾਇਰੈਕਟਰ ਪ੍ਰੋਫੈਸਰ ਵਿਨੋਦ ਕੁਮਾਰ ਕਨੌਜੀਆ ਮੁਤਾਬਕ ਪ੍ਰਦੂਸ਼ਣ ਅਤੇ ਇਸ ਨਾਲ ਜੁੜੀਆਂ ਸਮੱਸਿਆਵਾਂ ਦੇ ਹੱਲ ਲਈ ਉਪਰਾਲੇ ਜਾਰੀ ਨੇ, ਪਰ ਕਿਸੇ ਵੀ ਸਮੱਸਿਆ ਦੇ ਹੱਲ ਲਈ ਸਮਾਂ ਲੱਗਦਾ ਹੈ। उसका सॉल्यूशन क्या क्या पॉसिबल हो सकता है उस पर डिस्कशन होगा, टेक्निकल क्या क्या डिस्कशन होता है, उसका टाइम लगता है हमेशा काम करने में और रिसर्च में और इम्प्लीमेंट करने में, लेकिन ऑब्वियस है कि हम लोग उसका सॉल्यूशन ढूंढने की कोशिश करेंगे हमारे साइंटिस्ट। ਇਸ ਕਾਨਫਰੰਸ ਵਿੱਚ DOD ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨੋਲੋਜੀ DVET ਜਲੰਧਰ ਦੇ ਪ੍ਰਿੰਸੀਪਲ ਅਤੇ ਆਯੋਜਨ ਕਮੇਟੀ ਦੇ ਸੰਗਠਨ ਸਕੱਤਰ ਡਾਕਟਰ ਸੰਜੀਵ ਨਵਲ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ। ਸ਼ਿਸ਼ੂ ਸ਼ਰਮਾ ਸ਼ਾਂਤਲ, ਆਕਾਸ਼ਵਾਣੀ ਸਮਾਚਾਰ, ਜਲੰਧਰ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਅਤੇ ਸਕੱਤਰ ਅੰਮ੍ਰਿਤ ਕੌਰ ਗਿੱਲ ਨੇ ਕਿਹਾ ਕਿ ਸੂਬੇ ਦੀਆਂ ਕੁੱਲ ਨੋਟੀਫਾਈਡ 2443 ਮੰਡੀਆਂ ਵਿੱਚ 55,30,000 ਮੀਟ੍ਰਿਕ ਟਨ ਝੋਨੇ ਦੀ ਆਮਦ ਹੋਈ ਹੈ, ਜਿਸ ਵਿੱਚੋਂ 53,94,000 ਮੀਟ੍ਰਿਕ ਟਨ ਦੀ ਖਰੀਦ ਵੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ 570 ਮੰਡੀਆਂ 'ਚ ਪਰਮਲ ਝੋਨੇ ਦੀ ਸਰਕਾਰੀ ਖਰੀਦ ਬਾਇਓਮੈਟ੍ਰਿਕ ਮਸ਼ੀਨਾਂ ਰਾਹੀਂ ਕਾਮਯਾਬੀ ਨਾਲ ਕੀਤੀ ਜਾ ਰਹੀ ਹੈ ਅਤੇ ਹੁਣ ਤੱਕ 7,73,000 ਮੀਟ੍ਰਿਕ ਟਨ ਬਾਸਮਤੀ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਸ ਦੌਰਾਨ ਮੰਡੀਆਂ 'ਚ ਕੋਈ 3,48,000 ਕੁਇੰਟਲ ਨਰਮੇ ਦੀ ਆਮਦ ਵਿੱਚੋਂ 3,41,000 ਕੁਇੰਟਲ ਦੀ ਖਰੀਦ ਹੋ ਚੁੱਕੀ ਹੈ। ਉਨ੍ਹਾਂ ਨੇ ਆੜ੍ਹਤੀਆਂ, ਮਜ਼ਦੂਰਾਂ ਅਤੇ ਖਰੀਦ ਨਾਲ ਸੰਬੰਧਿਤ ਅਫਸਰਾਂ ਨੂੰ ਆਪਸੀ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਕਿਸਾਨਾਂ ਨੂੰ ਮੰਡੀਆਂ ਅੰਦਰ ਆਪਣੀ ਜਿਣਸ ਵੇਚਣ 'ਚ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਖਰੀਦ ਏਜੰਸੀਆਂ ਨੇ ਹੁਣ ਤੱਕ ਮੰਡੀਆਂ ਵਿੱਚੋਂ 28,07,000 ਮੀਟ੍ਰਿਕ ਟਨ ਝੋਨੇ ਦੀ ਚੁਕਾਈ ਕਰ ਲਈ ਹੈ। ਪੰਜਾਬ 'ਚ ਕਣਕ ਦੀ ਬਿਜਾਈ ਅੱਜ ਤੋਂ ਸ਼ੁਰੂ ਹੋ ਗਈ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਕਣਕ ਦੀ ਬਿਜਾਈ ਲਈ 25 ਅਕਤੂਬਰ ਤੋਂ 15 ਨਵੰਬਰ ਤੱਕ ਦਾ ਢੁਕਵਾਂ ਸਮਾਂ ਦੱਸਿਆ। ਇਸ ਦੌਰਾਨ ਬੀਜੀ ਗਈ ਕਣਕ ਦੇ ਚੰਗੇ ਝਾੜ ਅਤੇ ਬਿਮਾਰੀਆਂ ਤੋਂ ਰਹਿਤ ਹੋ ਕੇ ਮੋਟੇ ਸ਼ਰਬਤੀ ਦਾਣਿਆਂ ਦੀ ਪੈਦਾਵਾਰ ਹੋਣ ਦੀ ਗੱਲ ਕਹੀ ਗਈ ਹੈ। ਯੂਨੀਵਰਸਿਟੀ ਦੇ ਖੇਤਰੀ ਖੋਜ ਕੇਂਦਰ ਬਠਿੰਡਾ ਦੇ ਪ੍ਰਮੁੱਖ ਅਰਧ ਸ਼ਾਸਤਰੀ ਡਾਕਟਰ GS ਰੋਮਾਣਾ ਨੇ ਦੱਸਿਆ ਕਿ ਇਸ ਸਾਲ ਯੂਨੀਵਰਸਿਟੀ ਵੱਲੋਂ 22 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਮੇਂ ਸਿਰ ਬਿਜਾਈ ਲਈ ਢੁਕਵੀਂ ਕਿਸਮਾਂ ਦੀ ਚੋਣ ਬਹੁਤ ਜ਼ਰੂਰੀ ਹੈ ਤਾਂ ਜੋ ਘੱਟ ਤੋਂ ਘੱਟ ਖਰਚ ਕਰਕੇ ਵਧੇਰੇ ਝਾੜ ਲਿਆ ਜਾ ਸਕੇ। ਮਾਨਸਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਦਿਲਬਾਗ ਸਿੰਘ ਨੇ ਦੱਸਿਆ ਕਿ ਸੂਬੇ 'ਚ ਇਸ ਵਾਰ ਕਣਕ ਹੇਠ ਰਕਬਾ 35,26,000 ਹੈਕਟੇਅਰ ਦੇ ਕਰੀਬ ਆਉਣ ਦੀ ਆਸ ਹੈ।
ਭਾਰਤ ਪਾਕਿਸਤਾਨ ਕੌਮਾਂਤਰੀ ਸਰਹੱਦ ਤੇ ਗੁਰਦਾਸਪੁਰ ਜ਼ਿਲ੍ਹੇ ਵਿੱਚ BSF ਦੀ ਕਮਾਲਪੁਰ ਜੱਟਾਂ ਪੋਸਟ ਤੇ ਬੀਤੀ ਰਾਤ ਇੱਕ ਵਾਰ ਫਿਰ ਪਾਕਿਸਤਾਨੀ ਡਰੋਨ ਦੇਖਿਆ ਗਿਆ। ਇਸ ਡਰੋਨ ਦੀ ਗਤੀਵਿਧੀ ਨੂੰ ਦੇਖ ਕੇ ਸਰਹੱਦ ਤੇ ਤੈਨਾਤ BSF ਦੀ 27 ਬਟਾਲੀਅਨ ਦੇ ਜਵਾਨ ਤੁਰੰਤ ਹਰਕਤ ਵਿੱਚ ਆਏ ਅਤੇ 14 ਰਾਉਂਡ ਫਾਇਰ ਕੀਤੇ। ਇਸ ਤੋਂ ਬਾਅਦ ਡਰੋਨ ਪਾਕਿਸਤਾਨ ਵੱਲ ਮੁੜ ਗਿਆ। ਇਹ ਡਰੋਨ ਕੋਈ 1 ਮਿੰਟ ਤੱਕ ਭਾਰਤੀ ਸਰਹੱਦ ਤੇ ਘੁੰਮਦਾ ਰਿਹਾ। ਇਸ ਦੇ ਨਾਲ ਹੀ ਪ੍ਰਤੀਸ਼ਤ ਖਬਰਾਂ ਖਤਮ ਹੋਈਆਂ। ਨਮਸਕਾਰ।